तकरीबन 18% तक होंदी है। ठीक है, इस तो वध भी होंदी है क्योंकि ਅਸੀਂ ਕੰਬਾਈਨ ਨਾਲ ਕਟਾਈ ਕਰਦੇ ਹਾਂ। ਉਸ ਵੇਲੇ ਕਈ ਵਾਰ ਹਰਾ ਦਾਣਾ ਵੀ ਹੁੰਦਾ ਹੈ ਵਿੱਚ जी जी। ਤੇ ਈਵਨ ਜਿਹੜੇ ਮੰਡੀ ਵਿੱਚ ਅਸੀਂ ਝੋਨਾ ਵੇਚਦੇ ਹਾਂ ਉਹਦੇ ਵਿੱਚ ਵੀ ਸਾਨੂੰ 17% ਜਾਂ 18% ਤੋਂ ਜਿਹੜੀ ਵੱਧ ਨਮੀ ਆ ਉਸ ਨੂੰ ਰਿਜੈਕਟ ਕਰ ਦਿੱਤਾ ਜਾਂਦਾ ਹੈ। ठीक, ਪਰ ਜੇ ਅਗਰ ਅਸੀਂ ਬੀਜ ਲਈ ਰੱਖਣਾ ਹੈ ਝੋਨੇ ਨੂੰ ठीक है। ਤਾਂ ਉਸ ਦੇ ਵਿੱਚ 12% ਤੋਂ ਵੱਧ ਜਿਹੜੀ ਨਮੀ ਦੀ ਨਹੀਂ ਹੋਣੀ ਚਾਹੀਦੀ। ਉਹ ਤਾਂ ਡਾਕਟਰ ਸਾਹਿਬ ਇਸ ਵਾਰ ਵੀ ਜਿਹੜੇ ਮੰਡੀਆਂ ਦੇ ਵਿੱਚ ਖਰੀਦ ਸਾਡੀਆਂ ਏਜੰਸੀਆਂ ਨਾ ਉਹਨਾਂ ਦਾ ਵੀ ਜਿਹੜਾ ਮਿਆਰ ਉਹੀ ਰੱਖਿਆ ਸੀ, ਉਹਨਾਂ ਨੇ 12% ਤੋਂ ਜ਼ਿਆਦਾ ਨਹੀਂ ਸੀ ਨਵੀਂ। ਤੇ ਇੱਕ ਫੋਨ ਕਾਲ ਆਪਾਂ ਹੋਰ ਲੈ ਲਈਏ। ਜੀ ਜੀ ਜ਼ਰੂਰ। ਹੈਲੋ ਹੈਲੋ, ਹਾਂਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਰਾੜ ਸਾਹਿਬ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਹਾਂਜੀ ਮਿਹਰਬਾਨੀ ਜੀ। ਡਾਕਟਰ ਸਾਹਿਬ ਜਿਹੜੀ ਝੋਨੇ ਦੀ ਕਿਸਮ ਤੁਸੀਂ 122 ਕੱਢੀ ਹੈ 5-7 ਸਾਲਾਂ ਦੀ ਆਪਣੀ ਬੜੀ ਮਿਹਨਤ ਨਾਲ, ਜੀ ਜੀ, ਇਹਦੇ ਬਾਰੇ ਹੈ ਜੀ ਕਿਸਾਨਾਂ ਨੂੰ ਹੁਣ ਪਹਿਲੀ ਵਾਰ ਮਿਲੀ ਹੈ ਜੀ। ਔਰ ਮੇਰਾ ਖਿਆਲ ਹੈ ਵੀ ਇਹਦੇ ਬਾਰੇ ਇਹ ਗੱਲ ਕਹੀ ਜਾਂਦੀ ਵੀ ਤੁਸੀਂ ਇਹਨੂੰ 201 ਨੂੰ ਸੋਧਿਆ, ਇਹ ਗੱਲ ਠੀਕ ਹੈ ਕਿ ਗਲਤ ਹੈ? ਦੇਖੋ ਜੀ ਬਰਾੜ ਸਾਹਿਬ, ਇਸ ਤਰ੍ਹਾਂ ਦਾ ਕੋਈ ਗੱਲ ਨਹੀਂ ਹੈ। ਨਵੀਂ ਬਿਲਕੁਲ ਕਿਸਮ ਹੈ, ਨਾਲੇ 5-7 ਸਾਲ ਨਹੀਂ ਹੋਏ। ਮੈਂ ਤੁਹਾਨੂੰ ਥੋੜ੍ਹਾ ਜਿਹਾ ਹੋਰ ਚਾਨਣਾ ਪਾ ਦੇਵਾਂ। ਇਸ ਨੂੰ ਤਕਰੀਬਨ 10 ਸਾਲ ਹੋ ਚੁੱਕੇ ਨੇ ਜੀ ਇਸ ਨੂੰ ਸ਼ੁਰੂ ਕੀਤੇ ਹੋਏ ਨੂੰ, ਪ੍ਰੋਜੈਕਟ ਨੂੰ। ਘੱਟੋ ਘੱਟ 10 ਸਾਲ ਲੱਗਦੇ ਨੇ ਜੀ ਇੱਕ ਵੈਰਾਈਟੀ ਨੂੰ ਡਿਵੈਲਪ ਕਰਨ ਨੂੰ। ਉਸ ਤੋਂ ਉਪਰੰਤ ਇੱਕ ਮੈਂ ਤੁਹਾਨੂੰ ਜ਼ਰੂਰ ਦੱਸਣਾ ਚਾਹਾਂਗਾ 201 ਦਾ ਇਸ ਦੇ ਵਿੱਚ ਕੋਈ ਰੋਲ ਨਹੀਂ ਹੈ। ਇਹ ਬਿਲਕੁਲ ਅਲੱਗ ਕਿਸਮ ਹੈ। ਇਹ ਗਲਤ ਫਿਰ ਵੀ ਕਈ ਵਾਰ ਕਿਸਾਨਾਂ ਨੂੰ ਪੈ ਜਾਂਦੀ ਹੈ। ਬਹੁਤ ਚੰਗੀ ਗੱਲ ਕੀਤੀ ਜਿਹੜੇ ਤੁਸੀਂ ਦੱਸ ਦਿੱਤਾ ਨਾ ਜੀ। ਅੱਛਾ, ਆਪਣੇ ਬਰਾੜ ਸਾਹਿਬ ਜਿਹੜੇ ਤੁਸੀਂ ਸਰਟੀਫਾਈਡ ਕਰਦੇ ਹੋ ਬੀਜਾਂ ਨੂੰ, ਇਹ ਆਪਾਂ ਨੂੰ ਲੋੜ ਕਿਉਂ ਪਈ ਸਰਟੀਫਿਕੇਸ਼ਨ ਦੀ? ਇਸ ਤਰ੍ਹਾਂ ਜਦੋਂ ਆਪਣੇ ਕਿਸਾਨ ਭਰਾ ਬਾਜ਼ਾਰ ਦੇ ਵਿੱਚ ਜਾਂਦੇ ਆ ਬੀਜ ਲੈਣ ਵਾਸਤੇ ਜੀ, ਤੇ ਜਦੋਂ ਜਾ ਕੇ ਪੁੱਛਦੇ ਵਧੀਆ ਕਿਸਮ ਦਾ ਬੀਜ ਸਾਨੂੰ ਚਾਹੀਦਾ ਹੈ, ਤੇ ਜਿਹੜੇ ਦੁਕਾਨਦਾਰ ਹੈ ਉਹਨਾਂ ਨੂੰ ਕਹਿ ਦਿੰਦੇ ਜੀ ਆ ਸਾਡਾ ਬੀਜ ਬੜਾ ਵਧੀਆ। ਉਹ ਚਮਕਦੇ ਲਿਖਦੇ ਥੈਲੇ ਵਿਖਾ ਕੇ ਕਹਿ ਦਿੰਦੇ ਸਾਡਾ ਬੀਜ ਵਧੀਆ, ਦੂਜਾ ਕਹਿ ਦਿੰਦਾ ਸਾਡਾ ਵਧੀਆ, ਤੀਜਾ ਕਹਿ ਦਿੰਦਾ ਸਾਡਾ ਵਧੀਆ। ਉਹ ਦਚਿੱਤੀ ਚ ਪੈ ਜਾਂਦੇ ਹੈ ਕਿ ਬਈ ਹੁਣ ਇਹਨਾਂ ਚੋਂ ਕਿਹੜਾ ਵਧੀਆ ਹੋਏਗਾ। ਸਾਡੀ ਸਰਕਾਰ ਨੇ ਕੀ ਕੀਤਾ ਕਿ ਸੀਡ ਐਕਟ 1966 ਦੀ ਧਾਰਾ 8 ਅਧੀਨ ਜਿਹੜਾ ਹੈਗਾ ਜੀ ਇੱਕ ਮਹਿਕਮਾ ਬਣਾ ਦਿੱਤਾ ਜਿਹਨੂੰ ਪੰਜਾਬ ਸਟੇਟ ਸੀਡ ਸਰਟੀਫਿਕੇਸ਼ਨ ਅਥਾਰਟੀ ਦਾ ਨਾਂ ਦਿੱਤਾ ਹੋਇਆ ਜੀ। ਇਹ ਸਟੇਟ ਦੇ ਵਿੱਚ ਜਿੰਨੇ ਵੀ ਆਪਣੇ ਰਾਜ ਦੇ ਵਿੱਚ ਬੀਜ ਪੈਦਾ ਹੋਣਗੇ ਉਹਨਾਂ ਦੇ ਉੱਪਰ ਉਹਨਾਂ ਨੂੰ ਫੀਲਡ ਸਟੇਜ ਤੇ ਉੱਪਰ ਚੈੱਕ ਕਰਕੇ ਔਰ ਜਿਹੜੀ ਹੈ ਪ੍ਰੋਸੈਸਿੰਗ ਦੇ ਟਾਈਮ ਤੇ ਸੈਂਪਲਿੰਗ ਕਰਾ ਕੇ ਜੋ ਵੀ ਉਹਦੀ ਪੈਕਿੰਗ ਕਰਨਗੇ ਉਸ ਦੇ ਉੱਪਰ ਆਪਣਾ ਗਰੰਟੀ ਕਾਰਡ ਲਾਉਣਗੇ। ਤੇ ਉਹ ਗਰੰਟੀ ਕਾਰਡ ਦੇ ਉੱਪਰ ਜਿਹੜੇ ਪਿਛਲੇ ਪਾਸੇ ਸਾਡੇ ਅਫਸਰ ਦੇ ਅਧਿਕਾਰੀ ਦੇ ਦਸਤਖਤ ਵੀ ਹੋਣਗੇ ਸਿਰੇ ਤੇ। ਸਾਡੇ ਮਹਿਕਮੇ ਦਾ ਉਹ ਸੀਲ ਲੱਗੀ ਜਿਵੇਂ ਆਪਣੇ ਬਿਜਲੀ ਬੋਰਡ ਵਾਲੇ ਲਾਉਂਦੇ ਹੈਗੇ ਮੀਟਰਾਂ ਦੇ ਉੱਪਰ, ਮੀਟਰਾਂ ਤੇ ਸੀਲ ਲੱਗ ਜਾਂਦੀ, ਉਹ ਲੱਗਿਆ ਹੋਏਗਾ। ਤੇ ਜਿਸ ਦੇ ਉੱਪਰ ਉਹ ਸਾਡਾ ਗਰੰਟੀ ਕਾਰਡ ਪੰਜਾਬ ਸਟੇਟ ਸੀਡ ਸਰਟੀਫਿਕੇਸ਼ਨ ਅਥਾਰਟੀ ਦਾ ਲੱਗਿਆ ਹੋਏਗਾ, ਉਹ ਬਿਨਾਂ ਹੋਰ ਕਿਸੇ ਗਰੰਟੀ ਦੇ ਮਤਲਬ ਜਿਹੜੀ ਹੈ ਉਹ ਇੱਕ ਗਰੰਟੀ ਹੋਏਗੀ ਕਿ ਇਹ ਬੀਜ ਵਧੀਆ ਹੈਗਾ ਤੇ ਜ਼ਿਮੀਂਦਾਰ ਨੂੰ ਮਤਲਬ ਕਿਸੇ ਹੋਰ ਜਗ੍ਹਾ ਤੋਂ ਪੁੱਛਣ ਦੀ ਲੋੜ ਨਹੀਂ ਹੈ। ਠੀਕ ਹੈ। ਅੱਛਾ ਡਾਕਟਰ ਸਾਹਿਬ, ਕਿਸਮਾਂ ਦੀ ਗੱਲ ਕਰੀਏ ਜੀ ਜੀ, ਬੀਜ ਦੀਆਂ ਕਿਸਮਾਂ ਕਿੰਨੀਆਂ ਹੁੰਦੀਆਂ ਨੇ, ਕਿਹੜੀਆਂ ਹੁੰਦੀਆਂ ਨੇ? ਇਹ ਦੇਖੋ ਜੀ, ਜਿੱਥੋਂ ਬੀਜ ਦੇ ਆਪਾਂ ਉਤਪਾਦਨ ਦੀ ਗੱਲ ਸ਼ੁਰੂ ਕਰੀਏ ਤਾਂ ਸਭ ਤੋਂ ਪਹਿਲਾਂ ਬਰੀਡਰ ਸੀਡ ਹੈਗਾ, ਬਰੀਡਰ ਬੀਜ ਜਿਹੜਾ, ਉਸ ਤੋਂ ਆਪਾਂ ਚੇਨ ਸ਼ੁਰੂ ਕਰਦੇ ਹਾਂ। ਠੀਕ। ਜਿਹੜਾ ਬਰੀਡਰ ਬੀਜ ਹੈ ਜੀ ਇੱਕ ਜਿਹੜਾ ਸਾਡਾ ਪੌਦਾ ਪ੍ਰਜਨਨਕ ਵਿਗਿਆਨੀ ਹੈਗਾ, ਉਹ ਆਪਣੀ ਖਾਸ ਕਿਸਮ ਨੂੰ, ਜਿੱਦਾਂ ਹੁਣ ਇੱਕ ਬਰਾੜ ਸਾਹਿਬ ਦਾ ਵਿੱਚ ਫੋਨ ਆਇਆ ਸੀ ਵੀ 122 ਦੀ ਕਿਸਮ ਬਾਰੇ ਜੀ, ਉਹ 10 ਸਾਲ ਜਾਂ 12 ਸਾਲ ਦੀ ਮਿਹਨਤ ਤੱਕ ਉਸ ਨੂੰ ਕਰਕੇ ਪ੍ਰੋਡਿਊਸ ਕਰਦਾ ਹੈ, ਬਣਾ ਲੈਂਦਾ ਹੈ ਵੈਰਾਈਟੀ ਨੂੰ। ਉਸ ਤੋਂ ਬਾਅਦ ਉਹਦਾ ਕੁਛ ਜਿਹੜਾ ਬੀਜ ਹੈ ਚੇਨ ਦੇ ਵਿੱਚ ਲਿਆਉਣ ਦੇ ਲਈ ਸਭ ਤੋਂ ਪਹਿਲਾਂ ਜਿਹੜਾ ਬੀਜ ਹੁੰਦਾ ਉਹ ਬਰੀਡਰ ਸੀਡ ਹੁੰਦਾ ਹੈ। ਠੀਕ। ਉਸ ਨੂੰ ਜਿਹੜਾ ਬਰੀਡਰ ਸੀਡ ਨੂੰ ਹੈ, ਬਰੀਡਰ ਦੀ ਦੇਖ ਰੇਖ, ਉਸ ਵਿਗਿਆਨੀ ਦੀ ਦੇਖ ਰੇਖ ਹੇਠ ਹੀ ਪ੍ਰੋਡਿਊਸ ਕੀਤਾ ਜਾਂਦਾ ਹੈ ਜੀ। ਇਸ ਨੂੰ ਬਰੀਡਰ ਸੀਡ ਜਿਹੜਾ ਹੈਗਾ, ਜਿਵੇਂ ਕਿ ਡਾਕਟਰ ਬਲਦੇਵ ਸਿੰਘ ਬਰਾੜ ਜੀ ਦੱਸ ਰਹੇ ਨੇ ਵੀ ਪ੍ਰਮਾਣੀਕਰਨ ਕਰਨ ਦੀ ਜ਼ਰੂਰਤ ਹੁੰਦੀ ਹੈ, ਪਰ ਜਿਹੜਾ ਬਰੀਡਰ ਸੀਡ ਹੈ ਇਸ ਦੀ ਕੋਈ ਪ੍ਰਮਾਣੀਕਰਨ ਦੀ ਕੋਈ ਜ਼ਰੂਰਤ ਨਹੀਂ ਹੁੰਦੀ, ਕਿਉਂਕਿ ਇਸ ਨੂੰ ਚੈੱਕ ਕਰਨ ਲਈ ਅਲੱਗ-ਅਲੱਗ ਜਿਹੜੇ ਹੈਗੇ ਆ ਸਾਇੰਸਦਾਨ, ਉਹਨਾਂ ਦੀ ਡਿਊਟੀ ਲੱਗੀ ਹੁੰਦੀ ਹੈ। ਇਸ ਨੂੰ ਵੱਖ-ਵੱਖ ਸਟੇਜਾਂ ਉੱਪਰ ਚੈੱਕ ਕੀਤਾ ਜਾਂਦਾ ਹੈ ਤਾਂ ਕਿ ਇਸ ਦੀ ਜਿਹੜੀ ਗੁਣਵੱਤਾ ਦੇ ਵਿੱਚ ਕੋਈ ਵੀ ਘਾਟ ਨਾ ਹੋਵੇ। ਠੀਕ। ਅੱਛਾ ਡਾਕਟਰ ਸਾਹਿਬ, ਜਿਹੜਾ ਤੁਹਾਡਾ ਮਹਿਕਮਾ ਹੈ ਹਾਂਜੀ, ਤੇ ਕਿਉਂਕਿ ਤੁਹਾਡਾ ਜ਼ਿੰਮੇਵਾਰੀ ਤੁਹਾਡੀ ਬਹੁਤ ਵੱਡੀ ਹੈ ਹਾਂਜੀ, ਤੇ ਇਹ ਵੀ ਸਾਡੇ ਕਿਸਾਨ ਵੀਰਾਂ ਨੂੰ ਜ਼ਰੂਰ ਤੁਸੀਂ ਵਿਸਥਾਰ ਨਾਲ ਦੱਸੋ ਕਿ ਇਹ ਮਹਿਕਮਾ ਤੁਹਾਡਾ ਕਦੋਂ ਆਇਆ ਹੋਂਦ ਦੇ ਵਿੱਚ? ਠੀਕ ਹੈ। ਤੇ ਕਿਹੜੇ ਕਾਨੂੰਨ ਦੇ ਤਹਿਤ, ਕਿਹੜੀ ਧਾਰਾ ਦੇ ਅਧੀਨ ਤੁਸੀਂ ਇਹ ਕੰਮ ਕਰਦੇ? ਲੇਕਿਨ ਇਹ ਮੈਂ ਬਾਅਦ ਚ ਪੁੱਛਦਾ ਕਿਉਂਕਿ ਕਿਸਾਨ ਵੀਰ ਪਹਿਲਾਂ ਸਾਡੇ ਨਾਲ ਹੈ, ਉਹਨਾਂ ਨਾਲ ਗੱਲਬਾਤ ਕਰੀਏ। ਹੈਲੋ ਭੁੱਲਰ ਸਾਹਿਬ, ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਗਿੱਲ ਸਾਹਿਬ ਬਹੁਤ ਬਹੁਤ ਸਵਾਗਤ ਜੀ। ਪੰਜਾਬਾ ਪਿੰਡ ਤੋਂ ਬੋਲਦਾ ਜੀ ਗਿੱਲ ਸਾਹਿਬ। ਹਾਂਜੀ ਵੀਰ ਜੀ, ਮਿਹਰਬਾਨੀਆਂ ਤੁਹਾਡੀਆਂ, ਬਹੁਤ ਵਧੀਆ ਸੋਹਣੀ ਗੱਲਬਾਤ ਚੱਲ ਰਹੀ ਹੈ। ਧੰਨਵਾਦ ਜੀ। ਹੁਣੇ ਤੁਸੀਂ ਆਪਣੇ
ਦੇ ਰਹੇ ਸੀ ਜਾਣਕਾਰੀ ਵੀ ਜਿਹੜੇ ਝੋਨੇ ਦੀ ਨਵੀਂ ਪਰਖਣ ਬਾਰੇ। ਜੀ ਜੀ ਭੁੱਲਰ ਸਾਹਿਬ, ਕਈ ਬੀਜ ਇਹੋ ਜਿਹੇ ਆ ਜਿਨ੍ਹਾਂ ਨੂੰ ਅਸੀਂ ਕੋਈ ਦੂਜੇ ਤਰੀਕੇ ਨਾਲ ਪਰਖ ਸਕਦੇ ਆ, ਜਿਵੇਂ ਮਟਰ ਦਾ ਲਾ ਲਓ, ਨਰਮੇ ਦਾ ਲਾ ਲਓ, ਜਾਂ ਹੋਰ ਕੋਈ ਸਬਜ਼ੀ ਲਾ ਲਓ। ਠੀਕ, ਉਹਦਾ ਤਰੀਕਾ ਵੀ ਪਰਖਣ ਦਾ ਨਵੀਂ ਦਾ ਦੱਸੋ ਵੀ ਉਹ ਕਿਸ ਤਰ੍ਹਾਂ ਪਰਖੀ ਜਾਵੇ। ਬਾਕੀ ਦੂਸਰੀ ਗੱਲ ਇਹ ਆ ਭੁੱਲਰ ਸਾਹਿਬ ਵੀ ਹਰੇਕ ਵੀ ਜਿਹੜੀ ਯੂਨੀਵਰਸਿਟੀ ਉਹ ਰਿਕਮੈਂਡ ਨਹੀਂ ਕਰਦੀ ਵੀ ਦੂਸਰੀ ਸਮੇਂ ਵਾਸਤੇ ਬੀਜਿਆ ਜਾਵੇ। ਵੀ ਕੋਈ ਫਸਲਾਂ ਇਦਾਂ ਦੀਆਂ ਹੈ ਵੀ ਜਿਨ੍ਹਾਂ ਦਾ ਆਪਾਂ ਬੀਜ ਦੂਸਰੀ ਤਰ੍ਹਾਂ ਨਹੀਂ ਬੀਜ ਸਕਦੇ, ਕਿਉਂਕਿ ਬੀਜ ਤਾਂ ਆਪਣੇ ਕੋਲ ਬਹੁਤ ਵਧੀਆ ਝਾੜ ਆ ਜਾਂਦਾ ਹੈ। ਪਰ ਕਈ ਮੌਕੇ ਕਿਸਾਨ ਵੀਰ ਧੋਖਾ ਖਾ ਬੈਠਦੇ ਆ, ਉਹ ਭਾਵੇਂ ਚਲੋ ਆਪਣੀਆਂ ਗਲਤੀਆਂ ਨਾਲ ਖਾਂਦੇ ਆ, ਪਰ ਕਈ ਮੌਕੇ ਬੀਜ ਦੇ ਵਿੱਚ ਕੋਈ ਨਾ ਕੋਈ ਘਾਟ ਜ਼ਰੂਰ ਨਿਕਲ ਜਾਂਦੀ ਹੈ। ਉਹਦੇ ਬਾਰੇ ਦੱਸੋ ਵੀ ਸਾਨੂੰ ਕਿਸ ਤਰ੍ਹਾਂ ਉਹਨੂੰ ਦਵਾਈ ਲਾ ਕੇ ਮਤਲਬ ਨੈਕਸਟ ਟਾਈਮ ਵਾਸਤੇ ਰੱਖਿਆ ਜਾਵੇ, ਕਿਉਂਕਿ ਨਵੀਂ ਵੀ ਸੋਧ ਲਈ ਆਪਾਂ, ਪਰ ਉਹਦੇ ਵਿੱਚ ਬਹੁਤ ਸਮਾਂ ਹੁੰਦਾ ਹੈ, 6 ਮਹੀਨਿਆਂ ਦਾ, ਸਾਲ ਦਾ ਸਮਾਂ ਹੁੰਦਾ ਹੈ। ਉਹਦੇ ਵਿੱਚ ਵਿਚਲਾ ਜਿਹੜਾ ਸਮਾਂ ਹੈ ਉਹਦੇ ਵਿੱਚ ਤੁਸੀਂ ਦੱਸੋ ਵੀ ਆਪਾਂ ਸਟੋਰ ਕੀਤੀ ਹੈ, ਕੋਈ ਦਵਾਈ ਕਿੰਨੇ ਸਮੇਂ ਬਾਅਦ ਲਾਉਣੀ ਆ, ਜਾਂ ਕਿੱਦਾਂ ਉਹਨੂੰ ਸਲਾਬ ਤੋਂ ਬਚਾਉਣਾ, ਉਹ ਤਰੀਕੇ ਸਾਨੂੰ ਦੱਸੋ। ਧੰਨਵਾਦ, ਮਿਹਰਬਾਨੀ। ਡਾਕਟਰ ਸਾਹਿਬ, ਬਹੁਤ ਵਧੀਆ ਪ੍ਰਸ਼ਨ ਗਿੱਲ ਸਾਹਿਬ ਨੇ ਪੁੱਛਿਆ। ਜੀ ਜੀ, ਕਿਸਾਨ ਵੀਰ ਅਗਰ ਆਪ ਆਪਣੇ ਬੀਜ ਨੂੰ ਸਾਂਭਣਾ ਚਾਹਣ ਤਾਂ ਇਹ ਤੁਸੀਂ ਜ਼ਰੂਰ ਦੱਸੋ ਇਹਦੀ ਸੰਭਾਲ। ਦੇਖੋ ਜੀ, ਇੱਕ ਤਾਂ ਆਪਾਂ ਜਿਵੇਂ ਉਹਨਾਂ ਨੇ ਦੱਸ ਦਿੱਤਾ, ਪਹਿਲਾਂ ਗੱਲ ਕਰ ਚੁੱਕੇ ਆ, ਸਟੋਰ ਕਰਨ ਤੋਂ ਪਹਿਲਾਂ ਉਹਦੀ ਨਮੀ ਜਿਹੜੀ ਹੈਗੀ ਹੈ ਬਿਲਕੁਲ ਸਹੀ ਸਟੇਜ ਤੇ ਹੋਣੀ ਚਾਹੀਦੀ ਹੈ। ਠੀਕ ਹੈ। ਨੰਬਰ 2, ਜਦੋਂ ਆਪਾਂ ਸਟੋਰ ਕਰਨਾ, ਕਿਉਂਕਿ ਜਿਵੇਂ ਉਹਨਾਂ ਨੇ ਗੱਲ ਵੀ ਕੀਤੀ ਹੈ ਕਿ 6 ਮਹੀਨੇ ਦਾ, ਨਮੀ ਦੀ ਬੜੀ ਜ਼ਰੂਰੀ ਗੱਲ ਹੈ, ਵੈਸੇ ਤੁਸੀਂ ਬਾਰ-ਬਾਰ ਦੁਹਰਾਇਆ ਵੀ ਹੈ, ਲੇਕਿਨ ਆਮ ਕਿਸਾਨ ਵੀਰ ਆਪਣੇ ਘਰ ਦੇ ਵਿੱਚ ਚੈੱਕ ਕਰ ਸਕਦੇ ਆ ਨਮੀ? ਦੇਖੋ ਜੀ, ਆਮ ਚੈੱਕ ਕਰਨਾ ਇੰਨਾ ਕੋਈ ਸੌਖਾ ਨਹੀਂ ਹੈ, ਪਰ ਜੇਕਰ ਅਸੀਂ ਦਾਣਿਆਂ ਨੂੰ ਮੂੰਹ ਵਿੱਚ ਚਬਾ ਕੇ ਦੇਖੀਏ, ਜੇ ਥੋੜੇ ਜਿਹੇ ਨਰਮ ਲੱਗਣ, ਕੜਕ ਦੀ ਆਵਾਜ਼ ਨਾ ਦੇਣ, ਤਾਂ ਸਮਝ ਲਓ ਉਸ ਵਿੱਚ ਨਮੀ ਜ਼ਿਆਦਾ ਹੈ। ਨਮੀ ਜ਼ਿਆਦਾ, ਬਿਲਕੁਲ। ਇਹ ਬਿਲਕੁਲ ਇੱਕ ਦੇਸੀ ਜਿਹਾ ਫਾਰਮੂਲਾ ਹੈ। ਜੀ ਜੀ ਜੀ। ਅਗਰ ਦਾਣੇ ਬਿਲਕੁਲ ਚੰਗੀ ਤਰ੍ਹਾਂ ਕੜਕ ਕੇ ਟੁੱਟਣ, ਇਸ ਦਾ ਮਤਲਬ ਉਸ ਦੇ ਵਿੱਚ ਨਮੀ ਜਿਹੜੀ ਠੀਕ ਹੈਗੀ ਆ। ਬਿਲਕੁਲ ਠੀਕ ਹੈ ਇਹ ਬਿਲਕੁਲ। ਬਾਕੀ ਜਿਹੜਾ ਹੈ ਉਹ ਮੰਡੀਕਰਨ ਬੋਰਡ ਜਿਹੜੇ ਹੈਗੇ, ਮੰਡੀ ਵਾਲੇ ਹੈਗੇ, ਉਹਨਾਂ ਕੋਲ ਮਸ਼ੀਨਾਂ ਹੈਗੀਆਂ ਨੇ, ਉੱਥੇ ਜਾ ਕੇ ਆਪਣਾ ਸੈਂਪਲ ਚੈੱਕ ਕਰਵਾ ਸਕਦੇ ਆ। ਉਹਦਾ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ, 2 ਮਿੰਟ ਦੇ ਵਿੱਚ ਜਿਹੜੀ ਨਮੀ ਹੈਗੀ ਉਹ ਸੈਂਪਲ ਦੀ ਨਿਕਲ ਜਾਂਦੀ ਹੈ। ਠੀਕ ਹੈ। ਉਸ ਤੋਂ ਇਲਾਵਾ ਜਿਹੜਾ 6 ਮਹੀਨੇ ਜਾਂ 7 ਮਹੀਨੇ ਦਾ ਅਸੀਂ ਸਟੋਰ ਕਰਨਾ ਹੈ, ਪਹਿਲੇ ਤਾਂ ਗੱਲ ਸਾਨੂੰ ਸਟੋਰ ਕਰਨ ਵੇਲੇ ਇਹ ਧਿਆਨ ਰੱਖਣਾ ਹੈ ਵੀ ਜਿਹੜਾ ਬੋਰੀਆਂ ਦੇ ਵਿੱਚ ਜਾਂ ਡਰਮਾਂ ਦੇ ਵਿੱਚ ਅਸੀਂ ਦਾਣਿਆਂ ਨੂੰ ਸਾਂਭ ਕੇ ਰੱਖਣਾ, ਬੀਜ ਨੂੰ ਸਾਂਭ ਕੇ ਰੱਖਣਾ, ਉਹ ਚੰਗੀ ਤਰ੍ਹਾਂ ਸਾਫ਼ ਕੀਤੇ ਹੋਏ ਹਨ ਕਿ ਨਹੀਂ, ਉਹਨਾਂ ਵਿੱਚ ਕੋਈ ਪੁਰਾਣੀ ਕਿਸਮ ਦਾ ਬੀਜ ਤਾਂ ਨਹੀਂ ਪਿਆ ਹੋਇਆ। ਅਗਰ ਬਿਲਕੁਲ ਅਸੀਂ ਸਾਫ਼ ਕਰ ਲਿਆ, ਉਹ ਸੁਕਾ ਲਏ ਹੈ, ਧੁੱਪ ਲਵਾ ਲਈ ਹੈ ਉਹਨਾਂ ਨੂੰ, ਉਹਨਾਂ ਵਿੱਚ ਅਸੀਂ ਦਾਣੇ ਪਾ ਦਿੱਤੇ ਨੇ, ਠੀਕ ਹੈ, ਫਿਰ ਸਾਨੂੰ ਡਰ ਰਹਿੰਦਾ ਹੈ ਸਟੋਰਿੰਗ ਦੇ ਦੌਰਾਨ, ਜਦੋਂ ਅਸੀਂ ਭੰਡਾਰਨ ਕੀਤਾ ਹੋਇਆ ਉਸ ਦੇ ਦੌਰਾਨ ਉਸ ਦੇ ਉੱਤੇ ਕੋਈ ਬਿਮਾਰੀਆਂ ਦਾ ਹਮਲਾ ਨਾ ਹੋਵੇ, ਸਾਡੇ ਜਿਹੜੇ ਸਟੋਰੇਜ ਗ੍ਰੇਨ ਪ੍ਰੈਸਡ ਹੈਗੇ ਨੇ, ਜਿਵੇਂ ਸੁਸਰੀ ਵਗੈਰਾ ਹੈ, ਉਹਨਾਂ ਦਾ ਅਟੈਕ ਨਾ ਹੋਵੇ। ਠੀਕ। ਇੱਕ ਤਾਂ ਜਦੋਂ ਅਸੀਂ ਪਹਿਲਾਂ ਨਿਸ਼ਚਿਤ ਕਰ ਲਿਆ ਕਿ ਸਾਡੀ ਨਮੀ ਬਿਲਕੁਲ ਠੀਕ ਹੈ, ਤਾਂ ਸਾਨੂੰ ਜਿਹੜਾ ਇੱਕ ਗੱਲੋਂ ਤਾਂ ਬਿਲਕੁਲ ਨਿਸ਼ਚਿੰਤ ਹੋਣਾ ਚਾਹੀਦਾ ਹੈ ਕਿ ਉਸ ਦੇ ਉੱਪਰ ਕੋਈ ਵੀ ਬਿਮਾਰੀ ਦਾ ਹਮਲਾ ਨਹੀਂ ਹੁੰਦਾ। ਠੀਕ ਹੈ। ਅਗਰ ਨਮੀ ਜ਼ਿਆਦਾ ਹੈ ਤਾਂ ਫੰਗਸ, ਜਿੰਨੀਆਂ ਵੀ ਫੰਗਸ ਹੈਗੀਆਂ ਨੇ, ਜਲਦੀ ਤੋਂ ਜਲਦੀ ਅਟੈਕ ਕਰਦੀਆਂ ਨੇ। ਜੀ ਜੀ। ਇਸੇ ਤਰ੍ਹਾਂ ਹੀ ਜਿਹੜੇ ਸਾਡੇ ਸੁਸਰੀ ਵਗੈਰਾ ਨੇ, ਢੋਰਾ ਹੈ, ਉਹ ਵੀ ਜ਼ਿਆਦਾ ਅਟੈਕ ਕਰਦਾ ਹੈ। ਠੀਕ ਹੈ। ਅਗਰ ਸਾਡੀ ਨਮੀ ਬਿਲਕੁਲ ਠੀਕ ਹੈ, ਅਸੀਂ ਬਿਲਕੁਲ ਸਾਫ਼ ਸੁਥਰੇ ਡਰਮਾਂ ਵਿੱਚ ਜਾਂ ਬੋਰੀਆਂ ਵਿੱਚ ਪਾਇਆ ਹੈ, ਡਰਮਾਂ ਨੂੰ ਸੁਕਾ ਕੇ ਚੰਗੀ ਤਰ੍ਹਾਂ, ਜੀ ਜੀ, ਉਹ ਇਹ ਥੋੜੀ ਜਿਹੀ ਸਾਨੂੰ ਟੈਨਸ਼ਨ ਘਟ ਜਾਂਦੀ ਹੈ ਇਸ ਚੀਜ਼ ਦੀ। ਪਰੰਤੂ ਫਿਰ ਵੀ ਜਦੋਂ ਮੌਸਮ ਦੇ ਵਿੱਚ, ਕਿਉਂਕਿ ਦਾਣਾ ਜਿਹੜਾ ਹੈ ਇੱਕ ਲਿਵਿੰਗ ਚੀਜ਼ ਹੈਗਾ, ਜਦੋਂ ਮੌਸਮ ਦੇ ਵਿੱਚ ਨਮੀ ਵਧੇਗੀ, ਇਹਦੀ ਨਮੀ ਵੀ ਆਪਣੇ ਆਪ ਵਧੇਗੀ। ਬਿਲਕੁਲ ਠੀਕ ਹੈ। ਇਸ ਲਈ ਜਾਂ ਤਾਂ ਸਾਨੂੰ ਜਿਹੜੀ ਭੰਡਾਰਨ, ਅਸੀਂ ਕਿਉਂਕਿ ਕਿਸਾਨ ਵੀਰ ਆਪਣੇ ਲੈਵਲ ਤੇ ਇਹ ਨਹੀਂ ਕਰ ਸਕਦੇ ਕਿ ਉਸ ਨੂੰ ਬਿਲਕੁਲ ਸੀਲਡ ਕੰਟੇਨਰਾਂ ਵਿੱਚ ਪਾ ਕੇ ਰੱਖਣ ਜਿਸ ਦੇ ਵਿੱਚ ਨਮੀ ਨਾ ਜਾ ਸਕੇ। ਪਹਿਲਾਂ ਦੇਖਿਆ ਜਾਂਦਾ ਸੀ ਬੀਬੀਆਂ ਆਮ ਜੀ ਲਿਪ ਦਿੰਦੀਆਂ ਸੀ ਪਾ ਕੇ। ਜੀ ਜੀ ਜੀ, ਬਿਲਕੁਲ ਭੁੱਲਰ ਸਾਹਿਬ, ਉਹ ਬਹੁਤ ਹੀ ਵਧੀਆ ਤਰੀਕਾ ਸੀ, ਉਹਦੇ ਨਾਲ ਅੰਦਰ ਨਮੀ ਨਹੀਂ ਸੀ ਜਾਂਦੀ। ਜੀ ਜੀ ਜੀ। ਤੇ ਡਾਕਟਰ ਸਾਹਿਬ, ਇੱਕ ਫੋਨ ਆਪਾਂ ਹੋਰ ਲੈ ਲਈਏ। ਹਾਂ ਜੀ, ਬਿਲਕੁਲ ਜੀ। ਹੈਲੋ। ਹਾਂਜੀ ਹੈਲੋ। ਹੈਲੋ, ਹਰਮੇਲ ਸਿੰਘ ਜੀ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਜੀ ਜੀ ਸਰ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਡਾਕਟਰ ਸਾਹਿਬ, ਜਿਹੜਾ 122 ਬੀ ਆ, ਇੱਥੇ ਸਾਰੇ ਇਹੋ ਹੀ ਆਖੀਆਂ ਦੇ ਦੁਕਾਨਦਾਰ ਕੋਲੇ, ਜਿਨ੍ਹਾਂ ਕੋਲੇ ਵੀ ਹੈਗਾ, ਉਹ ਆਖੀਆਂ ਦੇ ਵੀ 122 201 ਨੂੰ ਹੀ ਪਿਓਨ ਕੀਤਾ। ਹਾਂਜੀ ਹਾਂਜੀ। ਇਹ ਸਾਨੂੰ ਇਹ ਦੱਸੋ ਵੀ ਇਹ ਕਿੰਨੇ ਦਿਨ ਲੈਂਦਾ ਤੇ ਕਿਵੇਂ, ਕੀ ਇਹਦਾ ਰੇਟ ਕੀ ਫਿਕਸ ਹੈ? ਇੱਥੇ 200 150 ਰੁਪਏ ਤੱਕ ਵੀ ਲਾਈ ਜਾਂਦੇ ਨੇ ਕਿਲੋ। ਹਰਮੇਲ ਸਿੰਘ ਜੀ, ਪਹਿਲਾਂ ਵੀ ਵੈਸੇ ਡਾਕਟਰ ਸਾਹਿਬ ਨੇ ਇਹ ਦੱਸ ਦਿੱਤਾ ਕਿ ਇਹਦਾ 201 ਦੇ ਨਾਲ ਇਸ ਬੀਜ ਦਾ ਕੋਈ ਸੰਬੰਧ ਨਹੀਂ, ਲੇਕਿਨ ਕਿੰਨੇ ਦਿਨ ਲੈਂਦਾ ਪੱਕਣ ਦੇ ਵਿੱਚ ਇਹ ਜੀ ਮੈਂ ਭੁੱਲਰ ਸਾਹਿਬ ਦੱਸ ਦਿੰਦਾ। ਜੀ ਜੀ। ਇਸ ਦਾ ਪੱਕਣ ਦਾ ਟੋਟਲ ਦਿਨ 147 ਦਿਨ ਲੈਂਦਾ ਜੀ, ਬੀਜ ਤੋਂ ਬੀਜ ਤੱਕ। ਅੱਛਾ ਜੀ। ਅਗਰ ਅਸੀਂ ਵਿੱਚ ਪਨੀਰੀ ਦਾ ਟਾਈਮ ਵੀ ਵਿੱਚ ਹੀ ਪਾ ਲਈਏ ਤਾਂ 30 ਦਿਨ ਦੀ ਪਨੀਰੀ ਪਾ ਲਈਏ ਜੀ, 147 ਦਿਨ ਦੇ ਵਿੱਚ ਇਹ ਪੂਰਾ ਪੱਕ ਕੇ ਤਿਆਰ ਹੋ ਜਾਂਦਾ। ਇਹ ਕਿੰਨਾ ਕੁ ਝਾੜ ਇਹਦਾ ਝਾੜ ਜੀ ਤਕਰੀਬਨ ਜਿਹੜਾ ਯੂਨੀਵਰਸਿਟੀ ਨੇ ਕੱਢਿਆ ਹੈਗਾ ਜੀ, ਆਪਣੇ ਤੱਥਾਂ ਦੇ ਆਧਾਰ ਦੇ ਉੱਤੇ ਐਵਰੇਜ ਜਿਹੜਾ ਯੀਲਡ ਕੱਢਿਆ ਹੈਗਾ 31.5 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਦੱਸਿਆ ਗਿਆ ਹੈ ਜੀ। ਠੀਕ ਹੈ। ਜਿਹੜੀਆਂ ਵਧੀਆ ਜ਼ਮੀਨਾਂ ਨੇ, ਹਾਂ ਜੀ, ਵਧੀਆ ਜ਼ਮੀਨਾਂ ਨੇ, ਐਵਰੇਜ ਯੀਲਡ ਜਿਹੜੀ ਅਸੀਂ ਥਰੂ ਆਊਟ ਪੰਜਾਬ ਸਾਰੀ ਟੈਸਟਿੰਗ ਕਰਦੇ ਹਾਂ ਜੀ। ਜੀ ਜੀ ਜੀ। ਉਹਨਾਂ ਦੇ ਉੱਤੇ ਜਿਹੜਾ ਸਾਡਾ
ਐਵਰੇਜ ਯੀਲਡ ਆਉਂਦਾ ਹੈਗਾ, ਉਸ ਨੂੰ ਅਸੀਂ ਜਿਹੜਾ ਨਿਸ਼ਚਿਤ ਤੌਰ ਤੇ ਲਿਖ ਸਕਦੇ ਹੈਗੇ। ਠੀਕ ਹੈ। ਅੱਛਾ ਬਰਾੜ ਸਾਹਿਬ, ਹੁਣ ਮੈਂ ਚਾਹੁੰਦਾ ਕਿ ਤੁਸੀਂ ਆਪਣੇ ਮਹਿਕਮੇ ਬਾਰੇ ਜਰਾ ਵਿਸਥਾਰ ਨਾਲ ਦੱਸੋ। ਠੀਕ ਹੈ ਜੀ। ਇਸ ਤਰ੍ਹਾਂ ਜੀ, ਜਦੋਂ ਆਪਣੇ ਸੀਡ ਨੈਸ਼ਨਲ ਸੀਡ ਪ੍ਰੋਜੈਕਟ ਦੀ ਇੱਕ ਟੀਮ ਗਈ ਸੀ ਵਿਦੇਸ਼ੀ ਦੌਰੇ ਤੇ 1968 ਦੇ ਵਿੱਚ, ਠੀਕ, ਉਹਨਾਂ ਨੇ ਆ ਕੇ ਇਹ ਰਿਪੋਰਟ ਦਿੱਤੀ ਸੀ ਕਿ ਵੀ ਜਿਹੜਾ ਸੀਡ ਪ੍ਰੋਡਕਸ਼ਨ, ਮਾਰਕੀਟਿੰਗ ਤੇ ਸੀਡ ਸਰਟੀਫਿਕੇਸ਼ਨ ਤੇ ਸੀਡ ਐਨਫੋਰਸਮੈਂਟ ਇਹ ਵੱਖੋ ਵੱਖਰੇ ਹੋਣੇ ਚਾਹੀਦੇ ਆ। ਠੀਕ ਹੈ। ਕਿਉਂਕਿ ਜੇ ਇਹਨਾਂ ਦੀ ਇੱਕ ਹੀ ਮਹਿਕਮੇ ਕੋਲੇ ਹੋਏਗੀ, ਉਹਦੀ ਮੋਨੋਪੋਲੀ ਹੋਏਗੀ, ਉਹ ਜਦੋਂ ਜ਼ਿਆਦਾ ਐਕਸੈਸ ਸੀਡ ਹੋਏਗਾ ਉਹਨੂੰ ਆਂਡੇ ਉਹ ਰਿਜੈਕਟ ਕਰ ਦੇਣਗੇ, ਤੇ ਦੂਸਰਾ ਜੇ ਘੱਟ ਹੋਊਗਾ ਤਾਂ ਸਬ ਸਟੈਂਡਰਡ ਜਿਹੜਾ ਹੈਗਾ ਘਟੀਆ ਕਿਸਮ ਦਾ ਬੀਜ ਵੀ ਖਰੀਦ ਕੇ ਕਰਨਗੇ। ਤੇ ਉਸ ਜਿਹੜੀ ਉਹਨਾਂ ਦੀ ਜਿਹੜੀ ਮੋਨੋਪੋਲੀ ਨੂੰ ਖਤਮ ਕਰਨ ਵਾਸਤੇ ਇਹਨਾਂ ਨੇ ਸੀਡ ਪ੍ਰੋਡਕਸ਼ਨ ਤੇ ਮਾਰਕੀਟਿੰਗ ਵੱਖਰੀ ਕਰ ਦਿੱਤੀ ਹੈ। ਠੀਕ ਹੈ। ਸੀਡ ਦੀ ਜਿਹੜੀ ਬੀਜ ਪ੍ਰਮਾਣੀਕਰਨ ਹੈਗਾ ਉਹ ਵੱਖਰਾ ਕਰ ਦਿੱਤਾ, ਤੇ ਐਨਫੋਰਸਮੈਂਟ ਉਹ ਵੱਖਰੇ ਕਰ ਦਿੱਤੇ ਆ। ਠੀਕ ਠੀਕ। ਤੇ ਇਸ ਤਰ੍ਹਾਂ ਨਾਲ ਜਿਹੜੀ 1968 ਦੇ ਵਿੱਚ ਉਹਨਾਂ ਨੇ ਰਿਪੋਰਟ ਕੀਤੀ ਸੀ, ਉਹਦੇ ਆਧਾਰ ਤੇ ਸਨ 1976 ਦੇ ਵਿੱਚ ਜਿਹੜੀ ਹੈ ਇਹ ਸਾਡਾ ਮਹਿਕਮਾ ਹੋਂਦ 'ਚ ਆਇਆ ਸੀਗਾ, ਤੇ 15 ਮਾਰਚ 1976 ਦੇ ਵਿੱਚ ਅਸੀਂ ਇਸ ਨੂੰ ਜਿਹੜੀ ਕੋਆਪਰੇਟਿਵ ਸੁਸਾਇਟੀ ਐਕਟ 1860 ਦੇ ਅਧੀਨ ਰਜਿਸਟਰਡ ਕਰਵਾਇਆ ਸੀਗਾ ਜੀ। ਤੇ ਸਰਕਾਰ ਨੇ ਇਹਦੀ 14,805 ਨੋਟੀਫਿਕੇਸ਼ਨ ਦੇ ਰਾਹੀਂ ਜਿਹੜੀ ਕਿ 22/4 ਨੂੰ ਹੋਈ ਸੀ ਜੀ ਜੀ, ਉਸ ਦੇ ਰਾਹੀਂ ਸਾਡਾ ਇਹ ਬੋਰਡ ਇੱਕ ਗਠਿਤ ਕਰ ਦਿੱਤਾ ਸੀਗਾ ਵੀ ਜਿਹੜਾ ਇਹਨੂੰ ਚਲਾਏਗਾ। ਤੇ ਅਸੀਂ ਜਿਹੜੀ ਇਹ ਫੰਕਸ਼ਨ ਹੈ ਇਸ ਮਹਿਕਮੇ ਦੀ ਸ਼ੁਰੂ ਕੀਤੀ ਹੈ ਉਹ 1 ਮਈ 1976 ਤੋਂ ਕੀਤੀ ਹੈ, ਤੇ ਜੋ ਹੁਣ ਕੰਟੀਨਿਊ ਚੱਲ ਰਹੀ ਹੈ। ਅੱਛਾ ਡਾਕਟਰ ਸਾਹਿਬ, ਤੁਹਾਡਾ ਹੈੱਡ ਆਫਿਸ ਕਿੱਥੇ ਹੈ? ਕੀ ਜ਼ਿਲ੍ਹਾ ਪੱਧਰ ਤੇ ਵੀ ਤੁਹਾਡੇ ਦਫ਼ਤਰ ਨੇ? ਸਾਡਾ ਹੈੱਡ ਆਫਿਸ ਚੰਡੀਗੜ੍ਹ ਦੇ ਵਿੱਚ ਸੈਕਟਰ 22A ਦੇ ਵਿੱਚ ਹੈ, SCO 83738 ਦੇ ਵਿੱਚ ਜੀ ਜੀ। ਤੇ ਸਾਡੇ 4 ਰੀਜਨਲ ਆਫਿਸ ਹੈਗੇ, ਇੱਕ ਤਾਂ ਉੱਥੇ ਹੈੱਡ ਆਫਿਸ ਦੇ ਨਾਲ ਹੀ ਹੈ, ਠੀਕ ਹੈ, ਉਹ ਚੰਡੀਗੜ੍ਹ ਦਾ ਰੀਜਨਲ ਆਫਿਸ ਹੈ। ਉਹਦੇ ਨਾਲ ਜਿਹੜੇ ਸਾਡੇ ਜ਼ਿਲ੍ਹੇ ਅਟੈਚ ਹੋਏ ਆ ਉਹ ਰੋਪੜ ਹੈ, ਅੱਛਾ ਜੀ, ਅਜੀਤਗੜ੍ਹ ਹੈ, ਫਤਿਹਗੜ੍ਹ ਸਾਹਿਬ, ਪਟਿਆਲਾ, ਸੰਗਰੂਰ ਤੇ ਬਰਨਾਲਾ। ਇਹ ਚੰਡੀਗੜ੍ਹ ਵਾਲੇ, ਇਹ ਚੰਡੀਗੜ੍ਹ ਰੀਜਨ ਦੇ ਨਾਲ ਅਟੈਚ ਨੇ। ਠੀਕ ਹੈ ਹਾਂਜੀ। ਫਿਰ ਦੂਸਰਾ ਸਾਡਾ ਲੁਧਿਆਣੇ ਹੈ ਜੀ, ਲੁਧਿਆਣੇ ਦੇ ਨਾਲ ਨਵਾਂ ਸ਼ਹਿਰ, ਲੁਧਿਆਣਾ, ਮੋਗਾ ਤੇ ਮਾਨਸਾ, ਇਹ 4 ਜ਼ਿਲ੍ਹੇ ਲੱਗੇ ਹੋਏ। ਠੀਕ। ਤੇ ਇਸ ਤੋਂ ਇਲਾਵਾ ਇੱਕ ਸਾਡਾ ਦਫ਼ਤਰ ਹੈਗਾ ਕੋਟਕਪੂਰੇ ਜੀ ਜੀ। ਕੋਟਕਪੂਰੇ ਦੇ ਨਾਲ ਫਿਰੋਜ਼ਪੁਰ ਜ਼ਿਲ੍ਹਾ, ਫਰੀਦਕੋਟ ਜ਼ਿਲ੍ਹਾ, ਮੁਕਤਸਰ ਜ਼ਿਲ੍ਹਾ, ਬਠਿੰਡਾ ਜ਼ਿਲ੍ਹਾ ਤੇ ਫਾਜ਼ਿਲਕਾ ਜ਼ਿਲ੍ਹਾ, ਉਹ 5 ਜ਼ਿਲ੍ਹੇ ਕੋਟਕਪੂਰੇ ਰੀਜਨਲ ਆਫਿਸ ਦੇ ਨਾਲ ਅਟੈਚ ਹੈਗੇ ਆ। ਤੇ ਬਾਕੀ ਦੇ ਜਿਹੜੇ ਜ਼ਿਲ੍ਹੇ ਬਚ ਗਏ ਆਪਣੇ, ਜਿਵੇਂ ਜਲੰਧਰ ਹੋਇਆ, ਕਪੂਰਥਲਾ ਹੋਇਆ, ਹੁਸ਼ਿਆਰਪੁਰ ਹੋਇਆ, ਤਰਨਤਾਰਨ ਹੋਇਆ, ਅੰਮ੍ਰਿਤਸਰ, ਗੁਰਦਾਸਪੁਰ ਤੇ ਪਠਾਨਕੋਟ, ਇਹ ਬਾਕੀ ਦੇ ਸਾਰੇ ਜ਼ਿਲ੍ਹੇ ਜਿਹੜੇ ਹੈ ਇਹ ਜਲੰਧਰ ਆਫਿਸ ਇੱਥੇ ਸਾਡੇ ਮੋਤਾ ਸਿੰਘ ਨਗਰ ਦੇ ਵਿੱਚ ਹੈਗਾ 612 ਨੰਬਰ 'ਚ, ਤੇ ਉਸ ਦੇ ਨਾਲ ਹੈਗੇ ਜਿਹੜੇ ਵੀ ਜ਼ਿਮੀਂਦਾਰ ਆਪਦਾ ਪ੍ਰੋਗਰਾਮ ਕਰਾਉਣਾ ਚਾਹੁੰਦੇ। ਇਹ ਮੈਂ ਜਿਵੇਂ ਜ਼ਿਲ੍ਹੇ ਦੱਸੇ ਉਹਨਾਂ ਜ਼ਿਲ੍ਹਿਆਂ ਦੇ ਕਿਸਾਨ ਆਪੋ ਆਪਣੇ ਰੀਜਨਲ ਆਫਿਸ ਦੇ ਵਿੱਚ ਇਹ ਸਾਡੇ ਤੋਂ ਇਹ ਕਰਵਾ ਸਕਦੇ ਆ ਜੇ ਸਰਟੀਫਾਈ ਕਰਾਉਣਾ ਹੋਵੇ। ਤੁਹਾਡੇ ਨਾਲ ਸੰਪਰਕ ਕਰ ਸਕਦੇ ਆ। ਪੂਰੇ ਪੰਜਾਬ ਦੇ ਵਿੱਚ ਤੁਹਾਡਾ ਇਹਦਾ ਮਤਲਬ ਜਾਲ ਫੈਲਿਆ ਹੋਇਆ, ਪੂਰੇ ਪੰਜਾਬ ਦੇ ਵਿੱਚ ਜਾਲ ਫੈਲਿਆ ਹੋਇਆ ਜੀ। ਅੱਛਾ ਡਾਕਟਰ ਸਾਹਿਬ, ਸਿਧਾਂਤਾਂ ਦੀ ਗੱਲ ਕਰੀਏ, ਸਿਧਾਂਤ ਬੜਾ ਜ਼ਰੂਰੀ ਹੁੰਦਾ। ਕੋਈ ਵੀ ਕੰਮ ਕਰਨਾ ਹੋਵੇ ਸਿਧਾਂਤ ਪਹਿਲਾਂ ਹੀ ਤੈਅ ਕੀਤੇ ਜਾਂਦੇ ਆ ਜੀ। ਤੇ ਬੀਜ ਉਤਪਾਦਨ ਦੀ ਜਿੱਥੋਂ ਤੱਕ ਗੱਲ ਹੈ, ਇਹਦੇ ਕੀ ਸਿਧਾਂਤ ਨੇ ਜੀ? ਦੇਖੋ ਭੁੱਲਰ ਸਾਹਿਬ, ਬੜੀ ਸਾਫ਼ ਤੇ ਸਪਸ਼ਟ ਗੱਲ ਹੈ, ਕਿਉਂਕਿ ਜਦੋਂ ਅਸੀਂ ਕੋਈ ਵੀ ਫਸਲ ਉਤਪਾਦਨ ਕਰਦੇ ਹਾਂ ਜੀ, ਉਸ ਦਾ ਤੇ ਬੀਜ ਉਤਪਾਦਨ ਦੇ ਵਿੱਚ ਸਿਧਾਂਤਾਂ ਦੇ ਤੌਰ ਤੇ ਹੀ ਫਰਕ ਹੈ। ਠੀਕ ਹੈ। ਇਸੇ ਲਈ ਇਹ ਸਿਧਾਂਤ ਜਿਹੜੇ ਨਿਸ਼ਚਿਤ ਕੀਤੇ ਗਏ ਹਨ। ਸਭ ਤੋਂ ਪਹਿਲਾ ਸਿਧਾਂਤ ਇਹ ਹੈ ਭੁੱਲਰ ਸਾਹਿਬ ਕਿ ਜਦੋਂ ਵੀ ਅਸੀਂ ਕਿਸੇ ਫਸਲ ਦਾ ਬੀਜ ਤਿਆਰ ਕਰਨਾ ਹੈ ਜੀ, ਉਸ ਦੀ ਜਿਹੜੀ ਜ਼ਮੀਨ ਹੈ, ਖੇਤ ਹੈ, ਉਸ ਨੂੰ ਆਪਾਂ ਦੇਖਣਾ ਹੈ ਉਹ ਠੀਕ ਹੈ ਜਾਂ ਨਹੀਂ ਹੈ। ਠੀਕ ਹੈ। ਅਗਰ ਉਸ ਖੇਤ ਦੇ ਵਿੱਚ ਪਿਛਲੇ ਸਾਲ ਵੀ ਸੇਮ ਫਸਲ, ਉਸੇ ਹੀ ਫਸਲ ਦਾ ਜਾਂ ਕਿਸੇ ਹੋਰ ਕਿਸਮ ਦਾ ਬੀਜ ਤਿਆਰ ਕੀਤਾ ਜਾਂ ਬੀਜੀ ਗਈ ਹੈ, ਉੱਥੇ ਅਸੀਂ ਉਸ ਫਸਲ ਦਾ ਜਾਂ ਉਸ ਕਿਸਮ ਦਾ ਜਿਹੜਾ ਬੀਜ ਨਹੀਂ ਤਿਆਰ ਕਰ ਸਕਦੇ ਅਗਲੇ ਸਾਲ। ਠੀਕ। ਅਨਟਿਲ ਐਂਡ ਅਨਲੈਸ ਉਸ ਖੇਤ ਨੂੰ ਸੀਡ ਸਰਟੀਫਿਕੇਸ਼ਨ ਅਥਾਰਟੀ ਵੱਲੋਂ ਇਹਨਾਂ ਵੱਲੋਂ ਚੈੱਕ ਕੀਤਾ ਗਿਆ ਹੋਵੇ ਅਤੇ ਸਹੀ ਪਾਇਆ ਗਿਆ ਹੋਵੇ। ਠੀਕ। ਸਭ ਤੋਂ ਪਹਿਲਾਂ ਇਹ ਖੇਤ ਦਾ ਨਿਰੀਖਣ ਹੋ ਗਿਆ ਜੀ, ਜਿਹੜਾ ਖੇਤ ਦੀ ਸਿਲੈਕਸ਼ਨ ਹੋ ਗਈ। ਠੀਕ ਹੈ। ਦੂਜਾ ਸਿਧਾਂਤ ਹੈ ਜੀ ਸਾਡੇ ਕੋਲ ਆਈਸੋਲੇਸ਼ਨ ਡਿਸਟੈਂਸ, ਜਿਹਨੂੰ ਕਹਿੰਦੇ ਇੱਕ ਖਾਸ ਜਿਹੜੀ ਹੈਗੀ ਨਿਸ਼ਚਿਤ ਦੂਰੀ ਹੈਗੀ ਆ ਫਸਲਾਂ ਦੇ ਵਿੱਚ, ਵੈਰਾਈਟੀ ਤੋਂ ਵੈਰਾਈਟੀ ਦੇ ਵਿੱਚ, ਕਿਸਮਾਂ ਦੇ ਵਿੱਚ ਰੱਖਣੀ ਪੈਂਦੀ ਹੈ ਬੀਜ ਉਤਪਾਦਨ ਦੇ